ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਲੈਕਚਰ ਵਿੱਚ। ਪਿਛਲੇ ਲੈਕਚਰ ਦੇ ਵਿੱਚ ਅਸੀਂ ਪੜ੍ਹਿਆ ਕਿ ਜਰਮਨ ਦੇ ਵਿੱਚ ਕਿਵੇਂ ਮਾਰਟਿਨ ਲੂਥਰ ਨੇ ਧਰਮ ਸੁਧਾਰ ਅੰਦੋਲਨ ਦੀ ਸ਼ੁਰੂਆਤ ਕੀਤੀ, ਕਿਵੇਂ ਖੇਮਾ ਪੱਤਰਾਂ ਦੀ ਵਿਕਰੀ ਤੋਂ ਉਸਨੇ ਚਰਚ ਦੇ ਵਿਰੁੱਧ ਅੰਦੋਲਨ ਦੀ ਸ਼ੁਰੂਆਤ ਕੀਤੀ ਸੀਗੀ। ਸੋ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਇਹ ਪੜ੍ਹਾਂਗੇ ਕਿ ਵੱਖ-ਵੱਖ ਯੂਰਪ ਦੇ ਦੇਸ਼ਾਂ ਦੇ ਵਿੱਚ ਕਿਵੇਂ ਧਰਮ ਸੁਧਾਰ ਅੰਦੋਲਨ ਨੇ ਪ੍ਰਗਤੀ ਕੀਤੀ ਅਤੇ ਵੱਖ-ਵੱਖ ਵਿਦਵਾਨਾਂ ਨੇ ਕਿਵੇਂ ਧਰਮ ਸੁਧਾਰ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਇਆ। ਸੋ ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਿਟਜ਼ਰਲੈਂਡ ਦੀ ਗੱਲ ਕਰਦੇ ਹਾਂ। ਸਵਿਟਜ਼ਰਲੈਂਡ ਦੇ ਵਿੱਚ ਮੈਪ ਆਪਾਂ ਦੇਖਦੇ ਹਾਂ। ਪਹਿਲਾਂ ਦੇਖੋ, ਮੈਪ ਦੇ ਵਿੱਚ ਦੋ ਕੇਂਦਰ ਆਪਾਂ ਨੂੰ ਨਜ਼ਰ ਆਉਣਗੇ ਧਰਮ ਸੁਧਾਰ ਅੰਦੋਲਨ ਦੇ। ਪਹਿਲਾ ਹੈ ਜ਼ਿਊਰਿਖ, ਦੇਖੋ ਸਭ ਤੋਂ ਉੱਪਰ ZURICH, ਜ਼ਿਊਰਿਖ ਇਸ ਦਾ ਪਹਿਲਾ ਕੇਂਦਰ ਸੀ। ਦੂਸਰਾ ਹੈ ਬਿਲਕੁਲ ਦੇਖੋ ਲੈਫਟ ਹੈਂਡ ਸਾਈਡ 'ਤੇ ਜਨੇਵਾ, ਬਹੁਤ ਛੋਟਾ ਜਿਹਾ ਫਰੋਜ਼ੀ ਕਲਰ ਦਾ ਹੈ ਜਨੇਵਾ ਦਾ ਸਥਾਨ। ਸੋ ਧਰਮ ਸੁਧਾਰ ਅੰਦੋਲਨ ਦੇ ਦੋ ਕੇਂਦਰ ਸੀਗੇ ਸਵਿਟਜ਼ਰਲੈਂਡ ਦੇ ਵਿੱਚ। ਪਹਿਲਾ ਸੀ ਜ਼ਿਊਰਿਖ ਦੇ ਵਿੱਚ ਧਰਮ ਸੁਧਾਰ ਅੰਦੋਲਨ ਦੀ ਅਗਵਾਈ ਜ਼ਵਿੰਗਲੀ ਨੇ ਕੀਤੀ ਅਤੇ ਜਨੇਵਾ ਦੇ ਵਿੱਚ ਫਰਾਂਸ ਦੇ ਸੁਧਾਰਕ ਜੌਨ ਕਾਲਵਿਨ ਨੇ ਇਸ ਧਰਮ ਦੀ ਅਗਵਾਈ ਕੀਤੀ ਸੀ ਧਰਮ ਸੁਧਾਰ ਅੰਦੋਲਨ ਦੀ। ਸੋ ਸਵਿਟਜ਼ਰਲੈਂਡ ਦੇ ਵਿੱਚ ਆਪਾਂ ਧਰਮ ਸੁਧਾਰ ਅੰਦੋਲਨ ਬਾਰੇ ਪੜ੍ਹਦੇ ਹਾਂ। ਸਵਿਟਜ਼ਰਲੈਂਡ ਦੇ ਵਿੱਚ ਪੋਪ ਦੇ ਵਿਰੁੱਧ ਵਿਦਰੋਹ ਦੀ ਅਗਵਾਈ ਜ਼ਵਿੰਗਲੀ ਨੇ ਕੀਤੀ ਸੀ। ਉਸ ਦਾ ਜਨਮ ਸਵਿਟਜ਼ਰਲੈਂਡ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ 1 ਜਨਵਰੀ 1484 ਈਸਵੀ ਨੂੰ ਹੋਇਆ। ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਸੀ। ਉਸ ਨੂੰ ਪੁਨਰ ਜਾਗਰਣ ਦਾ ਪੁੱਤਰ ਕਿਹਾ ਜਾਂਦਾ ਹੈ। ਬੇਸਲ ਯੂਨੀਵਰਸਿਟੀ ਵਿੱਚੋਂ ਉਸਨੇ MA ਪਾਸ ਕੀਤੀ। ਉਸ ਤੋਂ ਬਾਅਦ ਇੱਕ ਕੈਥੋਲਿਕ ਚਰਚ ਦੇ ਵਿੱਚ ਉਸਨੇ ਸਵਿਟਜ਼ਰਲੈਂਡ ਦੇ ਅੰਦਰ ਹੀ ਪਾਦਰੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। 1518 ਦੇ ਵਿੱਚ ਸਵਿਟਜ਼ਰਲੈਂਡ ਦੀ ਇੱਕ ਪ੍ਰਾਂਤ ਵਿੱਚ ਜ਼ਿਊਰਿਖ ਦੇ ਵਿੱਚ ਉਹ ਚਰਚ ਦਾ ਇੱਕ ਪਾਦਰੀ ਬਣ ਗਿਆ। ਛੇਤੀ ਹੀ ਉਹ ਚਰਚ ਦੇ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਅਤੇ ਅੰਧ ਵਿਸ਼ਵਾਸ ਤੋਂ ਅਸੰਤੁਸ਼ਟ ਹੋ ਗਿਆ। ਪਤਾ ਕਿ ਉਸ ਨੂੰ ਜਾਣਕਾਰੀ ਹੋ ਗਈ ਕਿ ਚਰਚ ਦੇ ਵਿੱਚ ਕਿਵੇਂ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਜ਼ਵਿੰਗਲੀ ਜਰਮਨ ਦੇ ਲੂਥਰ ਦੇ ਸਿਧਾਂਤਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਹੁਣ ਉਸਨੇ ਚਰਚ ਦੇ ਦੋਸ਼ਾਂ ਦਾ, ਚਰਚ ਵਿੱਚ ਆਈਆਂ ਹੋਈਆਂ ਕਮੀਆਂ ਦਾ, ਭ੍ਰਿਸ਼ਟਾਚਾਰ ਦਾ ਜ਼ੋਰਦਾਰ ਖੰਡਨ ਕਰਨਾ ਸ਼ੁਰੂ ਕਰ ਦਿੱਤਾ ਅਤੇ 1519 ਵਿੱਚ ਉਸਨੇ ਸਾਰੇ ਖਿਮਾ ਪੱਤਰ ਵੇਚਣ ਵਾਲਿਆਂ ਨੂੰ ਜ਼ਿਊਰਿਖ ਦੇ ਵਿੱਚੋਂ ਬਾਹਰ ਕੱਢ ਦਿੱਤਾ। ਪੋਪ ਦੇ ਵੱਲੋਂ ਜ਼ਬਰਦਸਤੀ ਸਵਿਟਜ਼ਰਲੈਂਡ ਦੇ ਨੌਜਵਾਨਾਂ ਨੂੰ ਸੈਨਾ ਦੇ ਵਿੱਚ ਭਰਤੀ ਕਰਨ ਦਾ ਜੋ ਆਦੇਸ਼ ਜਾਰੀ ਕੀਤਾ ਹੋਇਆ ਸੀ, ਜ਼ਵਿੰਗਲੀ ਨੇ ਉਸ ਦਾ ਵੀ ਵਿਰੋਧ ਕੀਤਾ। ਜ਼ਵਿੰਗਲੀ ਜਦੋਂ ਧਰਮ ਦੀ ਵਿਆਖਿਆ ਕਰਦਾ ਸੀ ਤਾਂ ਬਹੁਤ ਸ਼ੁੱਧਤਾ ਦੇ ਨਾਲ ਕਰਦਾ ਸੀ ਔਰ ਉਸ ਦੇ ਸ਼ਬਦ ਬੜੇ ਹੀ ਸਪਸ਼ਟ ਤੇ ਪ੍ਰਭਾਵਸ਼ਾਲੀ ਹੁੰਦੇ ਸੀ ਔਰ ਉਹ ਜ਼ਿਊਰਿਖ ਦਾ ਸਭ ਤੋਂ ਪਿਆਰਾ, ਹਰਮਨ ਪਿਆਰਾ ਵਿਅਕਤੀ ਬਣ ਗਿਆ ਸੀ। 1523 ਵਿੱਚ ਜ਼ਵਿੰਗਲੀ ਨੇ ਪੋਪ ਦੇ ਵਿਰੁੱਧ 67 ਪ੍ਰਸਤਾਵ ਪਾਸ ਕੀਤੇ ਸੀ। ਇਹਨਾਂ ਪ੍ਰਸਤਾਵਾਂ ਦੇ ਵਿੱਚ ਉਸਨੇ ਕੀ ਲਿਖਿਆ ਸੀ, ਕੀ ਪਾਸ ਕੀਤਾ ਸੀ ਕਿ ਪੋਪ ਜਿਹੜਾ ਹੈ ਉਹ ਭ੍ਰਿਸ਼ਟਾਚਾਰੀ ਹੋ ਚੁੱਕਾ ਹੈ, ਸੰਤਾਂ ਦੀ ਪੂਜਾ ਕਰਨਾ ਵਿਅਰਥ ਹੈ, ਵਰਤ ਰੱਖਣੇ ਵਿਅਰਥ ਹਨ, ਤੀਰਥ ਯਾਤਰਾਵਾਂ ਕਰਨੀਆਂ, ਪਾਪਾਂ ਦੀ ਸ਼ੁੱਧੀ ਕਰਨੀ। ਉਸਨੇ ਕਿਹਾ ਕਿ ਇਹ ਸਾਰੇ ਜਿਹੜੇ ਹਨ ਉਹ ਕਰਮਕਾਂਡ ਹਨ, ਇਹਨਾਂ ਚੀਜ਼ਾਂ ਦਾ ਸਾਡੇ ਜੀਵਨ ਵਿੱਚ ਕੋਈ ਫਾਇਦਾ ਨਹੀਂ, ਕੋਈ ਬੈਨੀਫਿਟ ਨਹੀਂ ਹੋ ਸਕਦਾ ਇਹਨਾਂ ਚੀਜ਼ਾਂ ਨੂੰ ਕਰਨ ਦੇ ਨਾਲ ਸਾਨੂੰ। ਸੋ ਉਸਨੇ ਕੈਥੋਲਿਕ ਚਰਚ ਦੇ ਇਹਨਾਂ ਸਿਧਾਂਤਾਂ ਦਾ ਸਖਤ ਵਿਰੋਧ ਕੀਤਾ, ਜਿਨ੍ਹਾਂ ਸਿਧਾਂਤਾਂ ਦੇ ਨਾਲ ਮੱਧਕਾਲ ਦੇ ਸਮੇਂ ਤੋਂ ਹੀ ਲੋਕਾਂ ਨੂੰ ਅੰਧ ਵਿਸ਼ਵਾਸੀ ਬਣਾਇਆ ਜਾ ਰਿਹਾ ਸੀ। ਉਸ ਦੇ ਯਤਨਾਂ ਕਰਕੇ ਸਵਿਟਜ਼ਰਲੈਂਡ ਦੇ ਲਗਭਗ ਅੱਧੇ ਕੈਂਟਨਾਂ ਨੇ ਰੋਮ ਦੇ ਪੋਪ ਨਾਲ ਆਪਣਾ ਸੰਬੰਧ ਤੋੜ ਲਿਆ। ਹੁਣ ਕੈਂਟਨ ਤੋਂ ਤੁਸੀਂ ਕੀ ਮਤਲਬ ਸਮਝਦੇ ਆ? ਕੈਂਟਨ ਦਾ ਭਾਵ ਹੈ ਜਿਵੇਂ ਆਪਣੇ ਪੰਜਾਬ ਪ੍ਰਾਂਤ ਹੈ ਨਾ, ਪੰਜਾਬ ਪ੍ਰਾਂਤ ਦੇ ਵਿੱਚ ਆਪਾਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਹੋਇਆ ਹੈ ਪੰਜਾਬ। ਸੋ ਇਵੇਂ ਹੀ ਆਪਾਂ ਕਹਿ ਸਕਦੇ ਹਾਂ ਕਿ ਸਵਿਟਜ਼ਰਲੈਂਡ ਦੇ ਜਿਹੜੇ ਵੱਖ-ਵੱਖ ਸਟੇਟ ਸੀਗੀਆਂ, ਪ੍ਰਾਂਤ ਸੀਗੀਆਂ, ਉਸ ਵੇਲੇ ਉਹ ਪ੍ਰਾਂਤ ਜਿਹੜੇ ਸੀ ਉਹ ਅਲੱਗ-ਅਲੱਗ ਛੋਟੇ-ਛੋਟੇ ਟੈਰੀਟੋਰੀਅਲ ਪਾਰਟਸ ਦੇ ਵਿੱਚ ਉਹ ਡਿਵਾਈਡ ਕੀਤੇ ਹੋਏ ਸੀ। ਮਤਲਬ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਜਿਹੜਾ ਉਹ ਵੰਡਿਆ ਹੋਇਆ ਸੀ, ਜਿਹਨਾਂ ਨੂੰ ਕੈਂਟਨ ਕਿਹਾ ਜਾਂਦਾ ਸੀਗਾ। ਕਾਫੀ ਕੈਂਟਨ ਜਿਹੜੇ ਸੀਗੇ ਸਵਿਟਜ਼ਰਲੈਂਡ ਦੇ, ਉਹਨਾਂ ਨੇ ਰੋਮ ਦੇ ਪੋਪ ਨਾਲ ਆਪਣੇ ਸੰਬੰਧ ਤੋੜ ਲਏ ਸੀਗੇ ਅਤੇ ਉਹਨਾਂ ਨੇ ਪ੍ਰੋਟੈਸਟੈਂਟ ਧਰਮ ਨੂੰ ਅਪਣਾ ਲਿਆ। 1531 ਵਿੱਚ ਜ਼ਵਿੰਗਲੀ ਨੇ ਆਪਣੇ ਕੁਝ ਅਨੁਯਾਈਆਂ ਨੂੰ ਪਹਾੜੀ ਕੈਂਟਨਾਂ ਦੇ ਵਿੱਚ ਭੇਜਿਆ ਅਤੇ 5 ਕੈਂਟਨਾਂ ਦੇ ਲੋਕਾਂ ਨੂੰ ਪ੍ਰੋਟੈਸਟੈਂਟ ਧਰਮ ਅਪਣਾਉਣ ਲਈ ਕਿਹਾ। ਇਸ ਵਾਸਤੇ ਉਸਨੇ ਆਪਣੀ ਸੈਨਾ ਵੀ ਭੇਜ ਦਿੱਤੀ, ਲੇਕਿਨ ਇਹ ਸੈਨਾ ਭੇਜਣ ਦਾ ਨਤੀਜਾ ਇਹ ਹੋਇਆ ਕਿ ਉਹ ਪ੍ਰੋਟੈਸਟੈਂਟ ਅਤੇ ਕੈਥੋਲਿਕ ਧਰਮ ਦੇ ਲੋਕਾਂ ਵਿੱਚ ਉਸ ਸਮੇਂ ਗ੍ਰਹਿ ਯੁੱਧ ਸ਼ੁਰੂ ਹੋ ਗਿਆ। ਇਸ ਗ੍ਰਹਿ ਯੁੱਧ ਦੇ ਵਿੱਚ ਕੈਥੋਲਿਕ ਧਰਮ ਦੇ ਲੋਕਾਂ ਨੇ ਬਹੁਤ ਸਾਰੇ ਪ੍ਰੋਟੈਸਟੈਂਟ ਧਰਮ ਦੇ ਲੋਕਾਂ ਨੂੰ ਮਾਰ ਦਿੱਤਾ ਅਤੇ ਇਸ ਯੁੱਧ ਦੇ ਦੌਰਾਨ ਜ਼ਵਿੰਗਲੀ ਵੀ ਮਾਰਿਆ ਗਿਆ ਸੀਗਾ। ਇਸ ਤਰ੍ਹਾਂ ਜ਼ਵਿੰਗਲੀ ਦੀ ਮੌਤ ਹੋ ਗਈ ਅਤੇ ਜ਼ਵਿੰਗਲੀ ਦੀ ਮੌਤ ਤੋਂ ਬਾਅਦ ਫਰਾਂਸ ਦੇ ਸੁਧਾਰਕ ਜੌਨ ਕਾਲਵਿਨ ਨੇ ਸਵਿਟਜ਼ਰਲੈਂਡ ਦੇ ਵਿੱਚ ਪ੍ਰੋਟੈਸਟੈਂਟ ਧਰਮ ਦੇ ਪ੍ਰਚਾਰ ਨੂੰ ਜਾਰੀ ਰੱਖਿਆ। ਕਾਲਵਿਨ ਨੇ ਜਨੇਵਾ ਦੇ ਵਿੱਚ ਧਰਮ ਪ੍ਰਚਾਰ ਦਾ ਕੰਮ ਕੀਤਾ, ਉਹ ਜ਼ਿਊਰਿਖ ਦੇ ਵਿੱਚ ਨਹੀਂ ਕੀਤਾ।
ਉਸਨੇ ਜਨੇਵਾ ਦੇ ਵਿੱਚ ਹੀ ਨਾ ਕੇਵਲ ਪ੍ਰੋਟੈਸਟੈਂਟ ਚਰਚ ਦਾ ਪੁਨਰਗਠਨ ਕੀਤਾ ਦੁਬਾਰਾ ਤੋਂ, ਕਈ ਸਾਲਾਂ ਤੱਕ ਉਸਨੇ ਜਨੇਵਾ ਵਿੱਚ ਰਹਿ ਕੇ ਰਾਜ ਪ੍ਰਬੰਧ ਨੂੰ ਵੀ ਬੜੇ ਵਧੀਆ ਤਰੀਕੇ ਦੇ ਨਾਲ ਚਲਾਇਆ, ਭਾਵ ਕਿ ਉਸਨੇ ਧਾਰਮਿਕ ਕੰਮ ਵੀ ਕੀਤੇ ਅਤੇ ਰਾਜਨੀਤੀ ਨੂੰ ਵੀ ਚਲਾਇਆ। ਸੋ ਉਸਨੇ ਦੋ ਹੀ ਤਰ੍ਹਾਂ ਦੇ ਕੰਮ ਜਿਹੜੇ ਸੀ ਜੌਨ ਕਾਲਵਿਨ ਨੇ ਸਵਿਟਜ਼ਰਲੈਂਡ ਦੇ ਜਨੇਵਾ ਵਿੱਚ ਰਹਿ ਕੇ ਕੀਤੇ। ਸੋ ਜਿਵੇਂ ਆਪਾਂ ਪਹਿਲਾਂ ਵੀ ਪੜ੍ਹਿਆ ਕਿ ਸਵਿਟਜ਼ਰਲੈਂਡ ਦੇ ਵਿੱਚ ਪ੍ਰੋਟੈਸਟੈਂਟ ਧਰਮ ਦੇ ਜਾਂ ਧਰਮ ਸੁਧਾਰ ਅੰਦੋਲਨ ਦੇ ਦੋ ਕੇਂਦਰ ਸੀਗੇ, ਇੱਕ ਜ਼ਿਊਰਿਖ ਤੇ ਦੂਜਾ ਜਨੇਵਾ। ਜ਼ਿਊਰਿਖ ਦੇ ਵਿੱਚ ਜ਼ਵਿੰਗਲੀ ਕੰਮ ਕਰ ਰਿਹਾ ਸੀ ਜਿਸ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਜੌਨ ਕਾਲਵਿਨ ਨੇ ਆਪਣਾ ਕੰਮ ਸ਼ੁਰੂ ਕੀਤਾ ਸੀ ਜਨੇਵਾ ਦੇ ਵਿੱਚ। ਸੋ ਇਸ ਤਰ੍ਹਾਂ ਦੇ ਨਾਲ ਜੌਨ ਕਾਲਵਿਨ ਨੇ ਚਰਚ ਅਤੇ ਰਾਜਨੀਤੀ ਦਾ ਸੁਮੇਲ ਕਰਕੇ ਪ੍ਰੋਟੈਸਟੈਂਟ ਧਰਮ ਦੇ ਸਿਧਾਂਤਾਂ ਉੱਤੇ ਆਧਾਰਿਤ ਇੱਕ ਸ਼ਕਤੀਸ਼ਾਲੀ ਧਰਮਤੰਤਰ ਦੀ ਨੀਂਹ ਰੱਖੀ, ਭਾਵ ਕਿ ਉਸਨੇ ਰਾਜਨੀਤੀ ਅਤੇ ਧਰਮ ਦੋਨਾਂ ਨੂੰ ਮਿਲਾ ਕੇ ਕੰਮ ਕਰਨਾ ਸ਼ੁਰੂ ਕੀਤਾ ਸੀ ਜਨੇਵਾ ਦੇ ਵਿੱਚ। ਇਸ ਤਰ੍ਹਾਂ ਉਸਨੇ ਜਨੇਵਾ ਵਿੱਚ ਇੰਨਾ ਵਧੀਆ ਕੰਮ ਕੀਤਾ ਕਿ ਉਸਨੇ ਜਨੇਵਾ ਨੂੰ ਪ੍ਰੋਟੈਸਟੈਂਟ ਧਰਮ ਦੇ ਪ੍ਰਚਾਰ ਦਾ ਮੁੱਖ ਕੇਂਦਰ ਜਿਹੜਾ ਸੀ ਉਹ ਬਣਾ ਦਿੱਤਾ। ਉਸ ਤੋਂ ਬਾਅਦ ਵੀ ਹੋਰ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹ ਪ੍ਰੋਟੈਸਟੈਂਟ ਧਰਮ ਦੀ ਸਿੱਖਿਆ ਲੈਣ ਵਾਸਤੇ ਜਨੇਵਾ ਵਿੱਚ ਆਉਣ ਲੱਗ ਪਏ। ਉਸ ਤੋਂ ਬਾਅਦ ਅੱਗੇ ਆਪਾਂ ਫਰਾਂਸ ਦੀ ਗੱਲ ਕਰਦੇ ਹਾਂ। ਹੁਣ ਇਹ ਹੈ ਫਰਾਂਸ ਦਾ ਮੈਪ। ਫਰਾਂਸ ਦੇ ਵਿੱਚ ਧਰਮ ਸੁਧਾਰ ਅੰਦੋਲਨ ਦੀ ਅਗਵਾਈ ਕਿਸ ਨੇ ਕੀਤੀ ਸੀ? ਜੌਨ ਕਾਲਵਿਨ ਮਾਰਟਿਨ ਲੂਥਰ ਦੀ ਤਰ੍ਹਾਂ ਹੀ 16ਵੀਂ ਸਦੀ ਦਾ ਇੱਕ ਮਹਾਨ ਧਰਮ ਸੁਧਾਰਕ ਸੀ। ਜੌਨ ਕਾਲਵਿਨ ਜਿਹਦੇ ਬਾਰੇ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ। ਜੌਨ ਕਾਲਵਿਨ ਨੇ ਸਵਿਟਜ਼ਰਲੈਂਡ ਦੇ ਵਿੱਚ ਵੀ ਕੰਮ ਕੀਤਾ ਸੀ ਅਤੇ ਉਸਨੇ ਫਰਾਂਸ ਦੇ ਵਿੱਚ ਵੀ ਕੰਮ ਕੀਤਾ ਸੀ। ਉਸ ਦਾ ਜਨਮ 10 ਜੁਲਾਈ 1509 ਨੂੰ ਫਰਾਂਸ ਦੇ ਨੋਇਨ ਨਾਮਕ ਸ਼ਹਿਰ ਵਿੱਚ ਹੋਇਆ ਸੀ। ਉਸਨੇ ਪੈਰਿਸ ਦੀ ਯੂਨੀਵਰਸਿਟੀ ਦੇ ਵਿੱਚ ਉੱਚੀ ਸਿੱਖਿਆ ਪ੍ਰਾਪਤ ਕੀਤੀ, ਜਿੱਥੇ ਉਸਨੇ ਕਾਨੂੰਨ ਦੀ ਪੜ੍ਹਾਈ ਕੀਤੀ, ਧਰਮ ਸ਼ਾਸਤਰਾਂ ਦਾ ਗ੍ਰੰਥਾਂ ਦਾ ਅਧਿਐਨ ਕੀਤਾ ਅਤੇ ਉਹ ਜਰਮਨੀ ਦੇ ਮਾਰਟਿਨ ਲੂਥਰ ਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ। ਲੇਕਿਨ ਕਾਲਵਿਨ ਜਿਹੜਾ ਸੀ ਉਹ ਈਸ਼ਵਰ ਦੀ ਸਰਵਉੱਚ ਸੱਤਾ ਦੇ ਵਿੱਚ ਵਿਸ਼ਵਾਸ ਕਰਦਾ ਸੀ। ਉਸ ਦਾ ਕਹਿਣਾ ਸੀ ਕਿ ਦੁਨੀਆ ਦੇ ਉੱਤੇ ਹਰ ਇੱਕ ਬੰਦਾ ਜਿਹੜਾ ਉਹ ਈਸ਼ਵਰ ਦਾ ਬਣਾਇਆ ਹੋਇਆ, ਹਰ ਇੱਕ ਚੀਜ਼ ਈਸ਼ਵਰ ਦੀ ਬਣਾਈ ਹੋਈ ਆ, ਕੁਦਰਤ ਨੇ ਬਣਾਈ ਹੋਈ ਆ ਹਰ ਇੱਕ ਚੀਜ਼। ਉਸ ਦੇ ਵਿਚਾਰ ਅਨੁਸਾਰ ਈਸ਼ਵਰ ਸਰਵ ਵਿਆਪਕ ਹੈ, ਸਰਵ ਸ਼ਕਤੀਮਾਨ ਹੈ, ਜਿਸ ਨੇ ਇਸ ਸੰਸਾਰ ਦੀ ਰਚਨਾ ਕੀਤੀ ਹੈ ਅਤੇ ਇਸ ਸੰਸਾਰ ਦੇ ਵਿੱਚ ਉਸ ਰਾਹੀਂ ਪੈਦਾ ਕੀਤਾ ਹੋਇਆ ਹਰੇਕ ਜੀਵ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ। ਹਰ ਇੱਕ ਜੀਵ ਜੰਤੂ ਅਤੇ ਮਨੁੱਖ ਜਿਹੜਾ ਉਹ ਈਸ਼ਵਰ ਦਾ ਹੀ ਰੂਪ ਹੈ। ਈਸ਼ਵਰ ਵਿੱਚ ਇੰਨਾ ਜ਼ਿਆਦਾ ਵਿਸ਼ਵਾਸ ਹੋਣ ਕਰਕੇ ਕਾਲਵਿਨ ਦੇ ਵਿਚਾਰ ਲੂਥਰ ਦੇ ਵਿਚਾਰਾਂ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੇ, ਕਿਉਂਕਿ ਮਾਰਟਿਨ ਲੂਥਰ ਜਿਹੜਾ ਸੀ ਉਹ ਸਭ ਤੋਂ ਉੱਚਾ ਜਿਹੜਾ ਸੀ ਉਹ ਸਰਕਾਰ ਨੂੰ ਜਾਂ ਰਾਜ ਨੂੰ ਸਮਝਦਾ ਸੀ, ਲੇਕਿਨ ਕਾਲਵਿਨ ਜਿਹੜਾ ਹੈ ਉਹ ਈਸ਼ਵਰ ਨੂੰ ਸਰਵਉੱਚ ਸਮਝਦਾ ਸੀ। 1533 ਵਿੱਚ ਕਾਲਵਿਨ ਨੂੰ ਜਦੋਂ ਕੈਥੋਲਿਕ ਧਰਮ ਵਿੱਚ ਆਈਆਂ ਬੁਰਾਈਆਂ ਬਾਰੇ ਪਤਾ ਲੱਗਿਆ ਤੇ ਉਸਨੇ ਕੈਥੋਲਿਕ ਧਰਮ ਨੂੰ ਤਿਆਗ ਦਿੱਤਾ ਅਤੇ ਸਵਿਟਜ਼ਰਲੈਂਡ ਦੇ ਬੇਸਲ ਨਾਮਕ ਸ਼ਹਿਰ ਵਿੱਚ ਚਲਾ ਗਿਆ। ਇਹ ਪ੍ਰੋਟੈਸਟੈਂਟ ਧਰਮ ਦਾ ਇੱਕ ਕੇਂਦਰ ਸੀਗਾ। ਇਸ ਘਟਨਾ ਨੂੰ ਕਾਲਵਿਨ ਨੇ ਧਰਮ ਪਰਿਵਰਤਨ ਦਾ ਨਾਮ ਦਿੱਤਾ ਹੈ। 1536 ਵਿੱਚ ਉਸਨੇ ਲੈਟਿਨ ਭਾਸ਼ਾ ਦੇ ਵਿੱਚ ਆਪਣੀ ਇੱਕ ਕਿਤਾਬ ਪ੍ਰਕਾਸ਼ਿਤ ਕਰਵਾਈ, ਦ ਇੰਸਟੀਟਿਊਟਸ ਆਫ ਦ ਕ੍ਰਿਸਚੀਅਨ ਰਿਲੀਜੀਅਨ। ਇਸ ਵਿੱਚ ਉਸਨੇ ਲਿਖਿਆ ਕਿ ਈਸਾਈ ਧਰਮ ਦੇ ਵਾਸਤਵਿਕ ਸਿਧਾਂਤ ਕਿਹੜੇ-ਕਿਹੜੇ ਹਨ, ਕਿਵੇਂ ਲੋਕਾਂ ਨੂੰ ਇਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ, ਪੋਪ ਤੇ ਪਾਦਰੀਆਂ ਨੂੰ ਆਪਣਾ ਜੀਵਨ ਕਿਵੇਂ ਦਾ ਬਤੀਤ ਕਰਨਾ ਚਾਹੀਦਾ ਹੈ, ਕਿਵੇਂ ਦਾ ਉਹਨਾਂ ਦਾ ਨੈਤਿਕ ਜੀਵਨ ਹੋਣਾ ਚਾਹੀਦਾ ਹੈ। ਇੱਥੋਂ ਤੱਕ ਕਿ ਕਾਲਵਿਨ ਦੀ ਜਿਹੜੀ ਆਪਣੀ ਪਰਸਨਲ ਲਾਈਫ ਸੀ ਉਹਦੇ ਵਿੱਚ ਵੀ ਉਹ ਬਹੁਤ ਹਾਈ ਪ੍ਰਿੰਸੀਪਲਸ ਨੂੰ ਫੋਲੋ ਕਰਦਾ ਸੀ, ਬਹੁਤ ਉੱਚੇ ਆਦਰਸ਼ਾਂ ਦੀ ਪਾਲਣਾ ਕਰਦਾ ਸੀ ਔਰ ਉਹਦੇ ਆਦਰਸ਼ ਇੰਨੇ ਜ਼ਿਆਦਾ ਵਧੀਆ ਸੀਗੇ ਕਿ ਉਸਦੇ ਸਾਰੇ ਸਿਧਾਂਤਾਂ ਨੂੰ ਸਮੂਹਿਕ ਰੂਪ ਦੇ ਵਿੱਚ ਕਾਲਵਿਨਵਾਦ ਦਾ ਨਾਮ ਦਿੱਤਾ ਗਿਆ ਸੀ। ਜਲਦੀ ਹੀ ਕਾਲਵਿਨ ਦੇ ਵਿਚਾਰ ਜਿਹੜੇ ਸੀ ਉਹ ਫਰਾਂਸ, ਨੀਦਰਲੈਂਡ, ਪੋਲੈਂਡ, ਹੰਗਰੀ, ਸਕਾਟਲੈਂਡ ਅਤੇ ਇੰਗਲੈਂਡ ਆਦਿ ਦੇਸ਼ਾਂ ਦੇ ਵਿੱਚ ਫੈਲ ਗਏ। ਲੇਕਿਨ ਵੱਖ-ਵੱਖ ਦੇਸ਼ਾਂ ਦੇ ਵਿੱਚ ਕਾਲਵਿਨ ਦੇ ਵੱਖਰੇ-ਵੱਖਰੇ ਨਾਮ ਪੈ ਗਏ। ਜਿਹੜੇ ਵੀ ਦੇਸ਼ਾਂ ਦੇ ਵਿੱਚ ਕਾਲਵਿਨ ਦੇ ਵਿਚਾਰਾਂ ਨੂੰ ਫੋਲੋ ਕੀਤਾ ਗਿਆ, ਉਹਨਾਂ ਮੁਲਕਾਂ ਨੇ ਉਹਨਾਂ ਵਿਚਾਰਾਂ ਨੂੰ ਜਾਂ ਉਸ ਵਿਚਾਰਧਾਰਾ ਨੂੰ ਇੱਕ ਵੱਖਰਾ ਨਾਮ ਜਿਹੜਾ ਸੀ ਉਹ ਦੇ ਦਿੱਤਾ। ਫਰਾਂਸ ਦੇ ਵਿੱਚ ਕਾਲਵਿਨਵਾਦ ਦੇ ਸਮਰਥਕਾਂ ਨੂੰ ਹਿਊਗਨਾਟ ਕਿਹਾ ਜਾਂਦਾ ਸੀ, ਸਕਾਟਲੈਂਡ ਦੇ ਵਿੱਚ ਪ੍ਰੈਸੀਬਾਈਟੇਰੀਅਨਸ ਅਤੇ ਇੰਗਲੈਂਡ ਦੇ ਵਿੱਚ ਇਹਨਾਂ ਨੂੰ ਪਿਊਰਿਟਨ ਦਾ ਨਾਮ ਦਿੱਤਾ ਗਿਆ ਸੀਗਾ। ਸੋ ਇਸ ਤਰ੍ਹਾਂ ਦੇ ਨਾਲ ਕਾਲਵਿਨ ਦੇ ਵਿਚਾਰਾਂ ਨੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕੀਤਾ। ਉਸ ਤੋਂ ਬਾਅਦ ਆਪਾਂ ਹੁਣ ਇੰਗਲੈਂਡ ਦੀ ਗੱਲ ਕਰਦੇ ਹਾਂ। ਇੰਗਲੈਂਡ ਦੇ ਵਿੱਚ ਧਰਮ ਸੁਧਾਰ ਅੰਦੋਲਨ ਦੀ ਸ਼ੁਰੂਆਤ ਜਰਮਨ ਦੇ ਮਾਰਟਿਨ ਲੂਥਰ ਤੋਂ ਕਿਤੇ ਪਹਿਲਾਂ ਹੋ ਗਈ ਸੀਗੀ। ਇੰਗਲੈਂਡ ਦੇ ਵਿੱਚ ਪੋਪ ਅਤੇ ਚਰਚ ਦੀ ਖੁੱਲ੍ਹੇਆਮ ਆਲੋਚਨਾ ਕਰਨ ਵਾਲਾ ਪਹਿਲਾ ਮਹੱਤਵਪੂਰਨ ਸੁਧਾਰਕ ਜਿਹੜਾ ਸੀ ਉਹ ਜੌਨ ਬਾਈਕਲਿਫ ਸੀ, ਜਿਸ ਦਾ ਜਨਮ 1320 ਵਿੱਚ ਹੋਇਆ ਸੀ। 1383 ਵਿੱਚ ਉਸ ਦੀ ਡੈਥ ਹੋਈ ਸੀ। ਉਸ ਦਾ ਕਹਿਣਾ ਸੀ ਕਿ ਪੋਪ ਧਰਤੀ ਦੇ ਉੱਤੇ ਕੋਈ ਪਰਮਾਤਮਾ ਦਾ ਭੇਜਿਆ ਹੋਇਆ ਬੰਦਾ ਨਹੀਂ ਹੈਗਾ, ਕੋਈ ਦੇਵੀ ਦੇਵਤਾ ਨਹੀਂ ਹੈਗਾ ਪੋਪ। ਸਗੋਂ ਉਹਨੇ ਇਹ ਕਿਹਾ ਸੀ ਕਿ ਪੋਪ ਜਿਹੜਾ ਵੀ ਜੀਵਨ ਬਤੀਤ ਕਰ ਰਿਹਾ ਹੈ ਉਹ ਤਾਂ ਅਸਲੀ ਧਰਮ ਦੇ ਸਿਧਾਂਤਾਂ ਦੇ ਵਿਰੁੱਧ ਹੈ। ਉਸ ਦਾ ਕਹਿਣਾ ਸੀ ਕਿ ਚਰਿੱਤਰਹੀਣ ਅਤੇ ਭ੍ਰਿਸ਼ਟ ਪਾਦਰੀਆਂ ਦੇ ਦੱਸੇ ਹੋਏ ਰਸਤੇ ਉੱਤੇ ਚੱਲ ਕੇ ਅਸੀਂ ਕਿਵੇਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਉਸਨੇ ਲੋਕਾਂ ਦੀਆਂ ਅੱਖਾਂ ਖੋਲ੍ਹੀਆਂ ਇੰਗਲੈਂਡ ਦੇ ਵਿੱਚ।
ਫਿਰ ਉਸ ਤੋਂ ਬਾਅਦ ਉਸਨੇ ਬਾਈਬਲ ਦਾ ਇੰਗਲਿਸ਼ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ। ਈਸਾਈਆਂ ਨੂੰ ਇਸ ਦੇ ਸੱਚੇ ਸਿਧਾਂਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਤੇ ਉਸ ਸਮੇਂ ਦੇ ਜਿਹੜੇ ਧਰਮ ਸ਼ਾਸਤਰੀ ਸੀਗੇ ਉਹ ਜੌਨ ਬਾਈਕਲਿਫ ਦੇ ਵਿਚਾਰਾਂ ਨੂੰ ਬਰਦਾਸ਼ਤ ਨਹੀਂ ਕਰ ਸਕੇ ਔਰ ਉਹਨਾਂ ਨੇ ਜਿਹੜਾ ਜੌਨ ਬਾਈਕਲਿਫ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ। ਵਿਰੋਧ ਦੇ ਨਤੀਜੇ ਵਜੋਂ ਜੌਨ ਬਾਈਕਲਿਫ ਇੱਕ ਆਕਸਫੋਰਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲੱਗਿਆ ਹੋਇਆ ਸੀ, ਉਸ ਨੂੰ ਪ੍ਰੋਫੈਸਰ ਦੇ ਅਹੁਦੇ ਤੋਂ ਕੱਢ ਦਿੱਤਾ ਗਿਆ। ਤੇ ਲੇਕਿਨ ਉਸ ਦੀ ਲੋਕਪ੍ਰਿਯਤਾ ਇੰਨੀ ਸੀ ਕਿ ਉਸ ਦੇ ਵਿਰੁੱਧ ਧਰਮ ਸ਼ਾਸਤਰੀਆਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਸਕੀ। ਹਾਲਾਂਕਿ ਉਸ ਨੂੰ ਮੌਤ ਦੀ ਸਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ, ਪਰ ਉਹ ਲੋਕਾਂ ਵਿੱਚ ਇੰਨਾ ਹਰਮਨ ਪਿਆਰਾ ਸੀ ਕਿ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕੀ। ਤੇ ਉਸ ਦੀ ਨੈਚੁਰਲ ਡੈਥ ਹੋਈ 1384 ਜਾਂ 83 ਜਾਂ 84 ਦੇ ਵਿੱਚ। ਜਦੋਂ ਉਸ ਦੀ ਮੌਤ ਹੋਈ ਉਸ ਨੂੰ ਦਫਨਾਇਆ ਗਿਆ ਤਾਂ ਕਬਰਿਸਤਾਨ ਦੇ ਵਿੱਚੋਂ ਧਰਮ ਸ਼ਾਸਤਰੀਆਂ ਨੇ, ਪਾਦਰੀਆਂ ਨੇ ਉਸ ਦੀ ਡੈੱਡ ਬੋਡੀ ਨੂੰ ਕਢਵਾ ਕੇ ਉਸ ਨੂੰ ਬਹੁਤ ਗੰਦੀ ਜਗ੍ਹਾ 'ਤੇ ਸੁੱਟਵਾ ਦਿੱਤਾ ਤਾਂ ਕਿ ਲੋਕਾਂ ਨੂੰ ਅਕਲ ਆ ਸਕੇ ਕਿ ਕੈਥੋਲਿਕ ਧਰਮ ਦੇ ਵਿਰੁੱਧ ਬਿਲਕੁਲ ਬੋਲਣਾ ਨਹੀਂ ਹੈਗਾ। ਉਸ ਤੋਂ ਬਾਅਦ ਆਪਾਂ ਫਰਾਂਸ ਦੇ ਸਮਰਾਟਾਂ ਦੀ ਗੱਲ ਕਰਦੇ ਹਾਂ। ਇੰਗਲੈਂਡ ਦੇ ਸਮਰਾਟ ਹੈਨਰੀ ਚੌਥਾ ਤੇ ਹੈਨਰੀ ਪੰਜਵਾਂ। ਹੈਨਰੀ ਚੌਥੇ ਤੇ ਹੈਨਰੀ ਪੰਜਵੇਂ ਦੇ ਕਾਲ ਵਿੱਚ ਬਾਈਕਲਿਫ ਦੇ ਅਨੁਯਾਈਆਂ ਦਾ ਸਖਤੀ ਦੇ ਨਾਲ ਦਮਨ ਕੀਤਾ ਗਿਆ, ਜਿਸ ਦੇ ਫਲਸਰੂਪ ਕੀ ਹੋਇਆ ਕਿ ਬਾਈਕਲਿਫ ਦੇ ਬਹੁਤ ਸਾਰੇ ਅਨੁਯਾਈ ਜਿਹੜੇ ਸੀ ਇੰਗਲੈਂਡ ਨੂੰ ਛੱਡ ਕੇ ਦੂਸਰੇ ਮੁਲਕਾਂ ਦੇ ਵਿੱਚ ਚਲੇ ਗਏ। ਉਸ ਤੋਂ ਬਾਅਦ ਫਿਰ ਹੈਨਰੀ 8ਵਾਂ ਇੰਗਲੈਂਡ ਦਾ ਸਮਰਾਟ ਬਣਿਆ। ਅਸਲ ਵਿੱਚ ਇੰਗਲੈਂਡ ਵਿੱਚ ਧਰਮ ਸੁਧਾਰ ਅੰਦੋਲਨ ਨੇ ਹੈਨਰੀ 8ਵੇਂ ਦੇ ਕਾਲ ਵਿੱਚ ਜ਼ੋਰ ਫੜਿਆ। ਹੈਨਰੀ 8ਵਾਂ ਆਪਣੀ ਪਤਨੀ ਕੈਥਰੀਨ ਨੂੰ ਤਲਾਕ ਦੇਣਾ ਚਾਹੁੰਦਾ ਸੀ ਤੇ ਐਨੀ ਬੋਲੀਨ ਦੇ ਨਾਲ ਵਿਆਹ ਕਰਨਾ ਚਾਹੁੰਦਾ ਸੀਗਾ, ਕਿਉਂਕਿ ਉਸ ਨੂੰ ਆਪਣੇ ਵੰਸ਼ ਵਾਸਤੇ ਉੱਤਰਾਧਿਕਾਰੀ ਦੀ ਜ਼ਰੂਰਤ ਸੀ, ਪੁੱਤਰ ਦੀ ਜ਼ਰੂਰਤ ਸੀਗੀ। ਇਸ ਵਾਸਤੇ ਉਸਨੇ ਉਸ ਸਮੇਂ ਦੇ ਪੋਪ ਕਲੇਮੈਂਟ 7ਵੇਂ ਤੋਂ ਆਗਿਆ ਮੰਗੀ ਕਿ ਤਾਂ ਕਿ ਮੈਂ ਕੈਥਰੀਨ ਨੂੰ ਤਲਾਕ ਦੇ ਸਕਾਂ ਅਤੇ ਐਨੀ ਦੇ ਨਾਲ ਵਿਆਹ ਕਰ ਸਕਾਂ। ਲੇਕਿਨ ਉਸ ਸਮੇਂ ਦੇ ਪੋਪ ਕਲੇਮੈਂਟ 7ਵੇਂ ਨੇ ਹੈਨਰੀ 8ਵੇਂ ਨੂੰ ਇਸ ਤਰ੍ਹਾਂ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਹੈਨਰੀ ਨੇ ਹੁਣ ਫੈਸਲਾ ਕਰ ਲਿਆ ਕਿ ਪੋਪ ਦੇ ਇਸ ਆਦੇਸ਼ ਦੀ ਮੈਂ ਉਲੰਘਣਾ ਕਰਾਂਗਾ ਤੇ ਵਿਆਹ ਵੀ ਕਰਵਾਵਾਂਗਾ ਤੇ ਪੋਪ ਨੂੰ ਵੀ ਆਪਣੇ ਮੁਲਕ ਦੇ ਵਿੱਚ ਕੋਈ ਦਰਜਾ ਜਿਹੜਾ ਹੈ ਉਹ ਨਹੀਂ ਦੇਣਾ। ਇਸ ਕਰਕੇ ਉਸਨੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਇੱਕ ਕਾਨੂੰਨ ਪਾਸ ਕਰਵਾਇਆ ਜਿਸ ਨੂੰ ਪ੍ਰਭੂਤਵ ਦਾ ਕਾਨੂੰਨ ਕਿਹਾ ਜਾਂਦਾ ਹੈ। ਇਸ ਕਾਨੂੰਨ ਦੇ ਅਨੁਸਾਰ ਇੰਗਲੈਂਡ ਦਾ ਇੱਕੋ ਇੱਕ ਜਿਹੜਾ ਮੁਖੀਆ ਹੈ ਉਹ ਇੰਗਲੈਂਡ ਦੇ ਸਮਰਾਟ ਨੂੰ ਘੋਸ਼ਿਤ ਕੀਤਾ ਗਿਆ ਤੇ ਉਸ ਸਮੇਂ ਇੰਗਲੈਂਡ ਦੇ ਰੋਮ ਦੀ ਚਰਚ ਦੇ ਨਾਲ ਜਿੰਨੇ ਵੀ ਸੰਬੰਧ ਸੀਗੇ ਉਹ ਸਾਰੇ ਤੋੜ ਦਿੱਤੇ ਗਏ। ਇੰਗਲੈਂਡ ਵਿੱਚ ਜਿੰਨੇ ਵੀ ਕੈਥੋਲਿਕ ਚਰਚ ਸੀਗੇ ਉਹਨਾਂ ਸਾਰਿਆਂ ਦਾ ਅੰਤ ਕਰ ਦਿੱਤਾ ਗਿਆ। ਇੰਗਲੈਂਡ ਤੋਂ ਰੋਮ ਦੇ ਪੋਪ ਨੂੰ ਭੇਜੀ ਜਾਣ ਵਾਲੀ ਰਾਸ਼ੀ ਵੀ ਬੰਦ ਕਰ ਦਿੱਤੀ ਗਈ ਤੇ ਚਰਚ ਦੀ ਜਿੰਨੀ ਸਾਰੀ ਭੂਮੀ ਸੀ ਇੰਗਲੈਂਡ ਦੇ ਵਿੱਚ, ਇੰਗਲੈਂਡ ਦੇ ਸਮਰਾਟ ਹੈਨਰੀ 8ਵੇਂ ਨੇ ਉਹ ਸਾਰੇ ਦੇ ਉੱਤੇ ਆਪਣਾ ਅਧਿਕਾਰ ਕਰ ਲਿਆ। ਇਸ ਤਰ੍ਹਾਂ ਦੇ ਨਾਲ ਹੈਨਰੀ 8ਵੇਂ ਦੇ ਕਾਲ ਵਿੱਚ ਇੰਗਲੈਂਡ ਵਿੱਚ ਸੁਤੰਤਰ ਚਰਚ ਦੀ ਸਥਾਪਨਾ ਹੋ ਗਈ ਸੀ ਔਰ ਇਸ ਚਰਚ ਨੂੰ ਐਂਗਲੀਕਨਿਜ਼ਮ ਦਾ ਨਾਮ ਦਿੱਤਾ ਗਿਆ ਸੀ। ਐਂਗਲੀਕਨਿਜ਼ਮ ਦੀ ਸਥਾਪਨਾ ਹੋ ਚੁੱਕੀ ਸੀਗੀ ਇੰਗਲੈਂਡ ਵਿੱਚ, ਲੇਕਿਨ 1547 ਦੇ ਵਿੱਚ ਹੈਨਰੀ 8ਵੇਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਐਡਵਰਡ 6ਵਾਂ ਜਿਹੜਾ ਸੀ ਉਹ ਇੰਗਲੈਂਡ ਦਾ ਸ਼ਾਸਕ ਬਣਿਆ ਔਰ ਇਸ ਕਾਲ ਦੇ ਵਿੱਚ ਐਂਗਲੀਕਨਿਜ਼ਮ ਨੂੰ ਪ੍ਰੋਟੈਸਟੈਂਟ ਧਰਮ ਦਾ ਨਾਮ ਦੇ ਦਿੱਤਾ ਗਿਆ ਸੀ। ਸੋ ਯਾਦ ਰੱਖਿਓ ਇੱਥੇ ਇਹ ਗੱਲ ਕਿ ਇੰਗਲੈਂਡ ਦੇ ਵਿੱਚ ਜਿਹੜਾ ਐਂਗਲੀਕਨਿਜ਼ਮ ਹੈਨਰੀ 8ਵੇਂ ਦੇ ਟਾਈਮ ਤੇ ਆਇਆ ਸੀ ਉਸ ਨੂੰ ਪ੍ਰੋਟੈਸਟੈਂਟ ਧਰਮ ਦਾ ਨਾਮ ਦਿੱਤਾ ਗਿਆ ਐਡਵਰਡ 6ਵੇਂ ਦੇ ਸਮੇਂ ਤੇ। ਐਡਵਰਡ 6ਵੇਂ ਦੀ ਮੌਤ ਹੋ ਗਈ 1557-58 ਦੇ ਵਿੱਚ। ਉਸ ਤੋਂ ਬਾਅਦ ਫਿਰ ਰਾਣੀ ਮੈਰੀ ਜਿਹੜੀ ਸੀ ਉਹ ਇੰਗਲੈਂਡ ਦੀ ਰਾਣੀ ਬਣੀ। ਕੈਥੋਲਿਕ ਧਰਮ ਦੀ ਇਸਨੇ ਪੁਨਰ ਸਥਾਪਨਾ ਕੀਤੀ ਤੇ ਇਸਨੇ ਪ੍ਰੋਟੈਸਟੈਂਟਾਂ ਦੇ ਉੱਤੇ ਬੜੇ ਅਤਿਆਚਾਰ ਕੀਤੇ, ਬੇਰਹਿਮੀ ਦੇ ਨਾਲ ਉਹਨਾਂ ਦੀ ਹੱਤਿਆ ਕੀਤੀ, ਜਿਸ ਕਾਰਨ ਇਤਿਹਾਸ ਦੇ ਵਿੱਚ ਰਾਣੀ ਮੈਰੀ ਨੂੰ ਖੂਨੀ ਮੈਰੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ। ਉਸ ਦੇ ਅਤਿਆਚਾਰਾਂ ਤੋਂ ਉਸ ਸਮੇਂ ਪ੍ਰੋਟੈਸਟੈਂਟ ਧਰਮ ਦੇ ਲੋਕ ਇੰਗਲੈਂਡ ਵਿੱਚ ਬਹੁਤ ਤੰਗ ਆ ਗਏ ਤੇ ਉਹ ਇੰਗਲੈਂਡ ਨੂੰ ਛੱਡ ਕੇ ਚਲੇ ਗਏ ਤੇ ਬਾਅਦ ਵਿੱਚ ਮਹਾਰਾਣੀ ਐਲਿਜ਼ਾਬੈਥ ਦੇ ਟਾਈਮ ਤੇ ਉਹ ਦੁਬਾਰਾ ਵਾਪਸ ਆਏ ਇੰਗਲੈਂਡ ਵਿੱਚ ਆ ਕੇ ਫਿਰ ਇਹਨਾਂ ਪ੍ਰੋਟੈਸਟੈਂਟ ਧਰਮ ਦੇ ਲੋਕਾਂ ਨੇ ਆਪਣੀ ਇੱਕ ਵੱਖਰੀ ਸ਼ਾਖਾ ਬਣਾ ਲਈ ਜਿਸ ਨੂੰ ਇਹਨਾਂ ਨੇ ਪਿਊਰਿਟਨਸ ਦਾ ਨਾਮ ਦਿੱਤਾ। ਤੇ ਐਲਿਜ਼ਾਬੈਥ ਦੇ ਸ਼ਾਸਨ ਕਾਲ ਵਿੱਚ ਐਂਗਲੀਕਨਿਜ਼ਮ ਦੇ ਇੰਗਲੈਂਡ ਦਾ ਸਰਕਾਰੀ ਧਰਮ ਹੋਣ ਦਾ ਐਲਾਨ ਕਰ ਦਿੱਤਾ ਗਿਆ। ਇਸ ਤਰ੍ਹਾਂ ਦੇ ਨਾਲ ਇੰਗਲੈਂਡ ਵਿੱਚ ਧਰਮ ਸੁਧਾਰ ਅੰਦੋਲਨ ਨੂੰ ਜਿੱਤ ਪ੍ਰਾਪਤ ਹੋਈ। ਉਸ ਤੋਂ ਬਾਅਦ ਆਪਾਂ ਨੀਦਰਲੈਂਡ ਵੱਲ ਚੱਲਦੇ ਹਾਂ। ਨੀਦਰਲੈਂਡ ਦੇ ਬਿਲਕੁਲ ਗੁਆਂਢ ਵਿੱਚ ਹੈ ਜਰਮਨ ਦੇ ਉੱਤਰ ਰਾਜ, ਕਿਉਂਕਿ ਜਰਮਨ ਦੇ ਉੱਤਰ ਰਾਜਾਂ ਵਿੱਚ ਲੂਥਰਵਾਦ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਜਿਹਦਾ ਨੀਦਰਲੈਂਡ ਦੇ ਉੱਤੇ ਵੀ ਪ੍ਰਭਾਵ ਪੈ ਗਿਆ। ਨੀਦਰਲੈਂਡ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਉਦਾਰ ਵਪਾਰੀ ਸੀ, ਬੁੱਧੀਜੀਵੀ, ਉਹ ਚਰਚ ਵਿੱਚ ਸੁਧਾਰ ਕਰਨਾ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਨੀਦਰਲੈਂਡ ਦੇ ਜਿਹੜੇ ਦੱਖਣੀ ਪ੍ਰਾਂਤ ਸੀ, ਜਿਹਨੂੰ ਅੱਜ ਕੱਲ੍ਹ ਕਿ ਅਸੀਂ ਬੈਲਜੀਅਮ ਕਹਿੰਦੇ ਹਾਂ, ਉਹਨਾਂ ਨੇ ਕਾਲਵਿਨ ਦੇ ਵਿਚਾਰਾਂ ਨੂੰ ਅਪਣਾਇਆ। ਬਾਅਦ ਵਿੱਚ ਨੀਦਰਲੈਂਡ ਦੇ ਜਿਹੜੇ ਉੱਤਰੀ ਪ੍ਰਾਂਤ ਸੀਗੇ ਉਹਨਾਂ ਨੇ ਵੀ
ਕੈਥੋਲਿਕ ਧਰਮ ਨਾਲ ਉਹ ਆਪਣੇ ਸੰਬੰਧ ਤੋੜ ਲਏ ਅਤੇ ਉਹਨਾਂ ਨੇ ਵੀ ਕਾਲਵਿਨਵਾਦ ਨੂੰ ਅਪਣਾ ਲਿਆ। ਇਸ ਤਰ੍ਹਾਂ ਦੇ ਨਾਲ ਕਾਲਵਿਨਵਾਦ ਜਿਹੜਾ ਸੀ ਉਹ ਨੀਦਰਲੈਂਡ ਦਾ ਰਾਸ਼ਟਰੀ ਧਰਮ ਬਣ ਗਿਆ। ਕਾਲਵਿਨਵਾਦ ਬਾਰੇ ਤੁਸੀਂ ਸਾਰੇ ਸਮਝ ਹੀ ਚੁੱਕੇ ਹੋਵੋਗੇ ਕਿ ਕਾਲਵਿਨ ਦੇ ਜਿਹੜੇ ਵਿਚਾਰ ਸੀ ਉਹਨਾਂ ਨੂੰ ਵੱਖ-ਵੱਖ ਮੁਲਕਾਂ ਦੇ ਵਿੱਚ ਵੱਖ-ਵੱਖ ਨਾਮ ਦਿੱਤਾ ਗਿਆ ਸੀ। ਨੀਦਰਲੈਂਡ ਦੇ ਵਿੱਚ ਇਸ ਨੂੰ ਕਾਲਵਿਨਵਾਦ ਕਿਹਾ ਜਾਂਦਾ ਸੀ। ਅਗਲਾ ਮੁਲਕ ਹੈ ਸਕੈਂਡੀਨੇਵੀਆ। ਜਰਮਨ ਤੋਂ ਬਾਹਰ ਲੂਥਰਵਾਦ ਦਾ ਸਭ ਤੋਂ ਵੱਧ ਪ੍ਰਭਾਵ ਸਕੈਂਡੀਨੇਵੀਆ ਦੇ ਵਿੱਚ ਪਿਆ ਸੀ। ਇੱਥੇ ਮਾਰਟਿਨ ਲੂਥਰ ਦੇ ਵਿਚਾਰਾਂ ਦਾ ਪ੍ਰਭਾਵ ਪਿਆ ਸੀਗਾ। ਲੂਥਰਵਾਦ ਨੂੰ ਸਥਾਈ ਰੂਪ ਦੇ ਵਿੱਚ ਰਾਜ ਧਰਮ ਵਜੋਂ ਅਪਣਾ ਲਿਆ ਗਿਆ ਸੀਗਾ ਸਕੈਂਡੀਨੇਵੀਆ ਦੇ ਵਿੱਚ। ਇੱਥੋਂ ਦੇ ਸ਼ਾਸਕਾਂ ਨੇ ਚਰਚ ਦੀ ਸੰਪત્ਤੀ ਉੱਤੇ ਅਧਿਕਾਰ ਕਰ ਲਿਆ ਅਤੇ ਆਪਣੀ ਸ਼ਕਤੀ ਵਧਾਉਣ ਵਾਸਤੇ ਉਹਨਾਂ ਨੇ ਲੂਥਰ ਦੇ ਵਿਚਾਰਾਂ ਦਾ ਸਕੈਂਡੀਨੇਵੀਆ ਦੇ ਵਿੱਚ ਸਵਾਗਤ ਕੀਤਾ। ਅਗਲੀ ਕੰਟਰੀ ਹੈ ਸਵੀਡਨ। ਸਵੀਡਨ ਦੇ ਗੁਸਤਾਵ ਵਾਸਾ ਨੇ 1523 ਵਿੱਚ ਜਦੋਂ ਉਸ ਨੂੰ ਰਾਜਾ ਚੁਣਿਆ ਗਿਆ ਤਾਂ ਉਸ ਤੋਂ ਬਾਅਦ ਉਸਨੇ ਲੂਥਰਵਾਦ ਨੂੰ ਹੀ ਸਵੀਡਨ ਦਾ ਰਾਜ ਧਰਮ ਜਿਹੜਾ ਸੀ ਉਹ ਘੋਸ਼ਿਤ ਕਰ ਦਿੱਤਾ। ਰਾਜ ਧਰਮ ਦਾ ਮਤਲਬ ਹੁੰਦਾ ਸਰਕਾਰੀ ਧਰਮ। ਚਰਚ ਦੀਆਂ ਜ਼ਮੀਨਾਂ ਜਿਹੜੀਆਂ ਸੀ ਉਹ ਸਵੀਡਨ ਦੇ ਵਿੱਚ ਵੇਚ ਦਿੱਤੀਆਂ ਗਈਆਂ ਔਰ ਉਹਨਾਂ ਦੇ ਉੱਤੇ ਸਵੀਡਨ ਦੇ ਰਾਜੇ ਗੁਸਤਾਵ ਵਾਸਾ ਨੇ ਆਪਣਾ ਅਧਿਕਾਰ ਕਰ ਲਿਆ। ਉਸ ਤੋਂ ਬਾਅਦ ਡੈਨਮਾਰਕ ਵੱਲ ਚੱਲਦੇ ਹਾਂ। ਡੈਨਮਾਰਕ ਦੇ ਸ਼ਾਸਕ ਜਿਸ ਦੇ ਰਾਜ ਵਿੱਚ ਨਾਰਵੇ ਵੀ ਸ਼ਾਮਿਲ ਸੀਗਾ 1537 ਵਿੱਚ ਇੱਕ ਆਦੇਸ਼ ਜਾਰੀ ਕਰ ਦਿੱਤਾ ਉਸਨੇ। ਇਸ ਦੇ ਅਨੁਸਾਰ ਲੂਥਰਵਾਦ ਨੂੰ ਡੈਨਮਾਰਕ ਦਾ ਰਾਸ਼ਟਰੀ ਧਰਮ ਘੋਸ਼ਿਤ ਕੀਤਾ ਗਿਆ ਅਤੇ ਇਸ ਦੇ ਪਾਦਰੀ ਸਰਕਾਰ ਤੋਂ ਤਨਖਾਹ ਲੈਣ ਵਾਲੇ ਸਰਕਾਰੀ ਅਧਿਕਾਰੀ ਜਿਹੜੇ ਸੀ ਉਹ ਬਣ ਗਏ। ਉਸ ਤੋਂ ਬਾਅਦ ਅੱਗੇ ਹੈ ਸਕਾਟਲੈਂਡ। ਸਕਾਟਲੈਂਡ ਦੇ ਵਿੱਚ ਧਰਮ ਸੁਧਾਰ ਅੰਦੋਲਨ ਦੀ ਅਗਵਾਈ ਜੌਨ ਨੌਕਸ ਨੇ ਕੀਤੀ ਸੀ। ਉਸਨੇ ਜਨੇਵਾ ਤੋਂ ਕਾਲਵਿਨ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਪੱਕਾ ਕਾਲਵਿਨਵਾਦੀ ਬਣਿਆ ਸੀ। ਕਾਲਵਿਨ ਦੇ ਵਿਚਾਰਾਂ ਤੋਂ ਪ੍ਰਭਾਵਿਤ ਸੀ ਅਤੇ ਕਾਲਵਿਨ ਦੇ ਅਧੀਨ ਇਸ ਨੇ ਸਿੱਖਿਆ ਪ੍ਰਾਪਤ ਕੀਤੀ ਸੀ। ਉਸਨੇ ਸਕਾਟਲੈਂਡ ਦੇ ਵਿੱਚ ਕਾਲਵਿਨਵਾਦ ਦਾ ਪ੍ਰਚਾਰ ਕਰਨ ਲਈ ਬਹੁਤ ਜ਼ਿਆਦਾ ਕੰਮ ਕੀਤਾ। ਅੰਤ ਵਿੱਚ ਉਸ ਨੂੰ ਕਾਮਯਾਬੀ ਵੀ ਮਿਲੀ। ਸਕਾਟਲੈਂਡ ਦੇ ਵਿੱਚ ਇੰਗਲੈਂਡ ਦੀ ਰਾਣੀ ਮੇਰੀ ਨੇ ਕੈਥੋਲਿਕ ਚਰਚ ਨੂੰ ਦੁਬਾਰਾ ਤੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਸਕਾਟਲੈਂਡ ਦੇ ਲੋਕਾਂ ਨੇ ਇੰਗਲੈਂਡ ਦੀ ਰਾਣੀ ਨੂੰ ਹਰਾ ਕੇ ਸਕਾਟਲੈਂਡ ਦੇ ਵਿੱਚੋਂ ਬਾਹਰ ਕੱਢ ਦਿੱਤਾ। 1560 ਵਿੱਚ ਜੌਨ ਨੌਕਸ ਨੇ ਸਕਾਟਲੈਂਡ ਦੇ ਵਿੱਚ ਕਾਲਵਿਨਵਾਦ ਦੇ ਸਿਧਾਂਤਾਂ ਨੂੰ ਅਪਣਾਇਆ ਅਤੇ ਉਹਨਾਂ ਸਿਧਾਂਤਾਂ ਦੇ ਅਨੁਸਾਰ ਨਵੀਂ ਚਰਚ ਦਾ ਗਠਨ ਕੀਤਾ, ਜਿਸ ਨੂੰ ਸਕਾਟਲੈਂਡ ਦੇ ਲੋਕਾਂ ਵੱਲੋਂ ਪ੍ਰੈਸਬੀਟੇਰੀਅਨ ਚਰਚ ਦਾ ਨਾਮ ਜਿਹੜਾ ਸੀ ਉਹ ਦਿੱਤਾ ਗਿਆ। ਸੋ ਇਸ ਤਰ੍ਹਾਂ ਦੇ ਨਾਲ ਧਰਮ ਸੁਧਾਰ ਅੰਦੋਲਨ ਨੇ ਵੱਖ-ਵੱਖ ਯੂਰਪ ਦੇ ਦੇਸ਼ਾਂ ਦੇ ਵਿੱਚ ਇਵੇਂ ਪ੍ਰਗਤੀ ਕੀਤੀ। ਵੱਖ-ਵੱਖ ਵਿਦਵਾਨਾਂ ਨੇ ਧਰਮ ਸੁਧਾਰ ਅੰਦੋਲਨ ਨੂੰ ਫੈਲਾਉਣ ਦੇ ਵਿੱਚ ਬੜਾ ਯੋਗਦਾਨ ਪਾਇਆ ਅਤੇ ਮੱਧਕਾਲੀਨ ਵਿਚਾਰਾਂ ਤੋਂ ਸੁਤੰਤਰਤਾ ਜਿਹੜੀ ਸੀ ਉਹ ਪ੍ਰਾਪਤ ਕੀਤੀ। ਧੰਨਵਾਦ।